सत श्री अकाल। न्यूज़ 18 पंजाब हरियाणा हिमाचल देख रहे दर्शकों का स्वागत। मैं हाँ अर्शदीप संधू। शुरुआत करते हैं वड्डी खबर दे नाल। पलवल तो एक खबर सामने आई है। 6 पटवारियों के समेत 8 मुलाजमां के खिलाफ जिहड़ी धोखाधड़ी करन दे इल्जामां दे तहत मामला दर्ज किया गया। जमीन एक्वायर करन दे मामले दे विच बेनिजमियां दे इल्जाम लगे ने। दादरी मुंबई रेलवे कॉरीडोर ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ। ਐਸਡੀਐਮ ਨੂੰ ਮੁਅੱਤਲ ਕੀਤਾ ਜਾ ਚੁੱਕਿਆ। 2 ਨੂੰ ਨੋਟਿਸ ਜਾਰੀ ਕੀਤਾ ਗਿਆ। ਦਰਅਸਲ यूपी ਦੇ दादरी ਤੋਂ ਨਵੀਂ ਮੁੰਬਈ ਤੱਕ ਰੇਲਵੇ ਕॉरीडोर ਬਣਾਇਆ ਜਾ ਰਿਹਾ ਜਿਸ ਤਹਿਤ ਪਲਵਲ ਜ਼ਿਲ੍ਹੇ ਦੇ 10 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਰੇਲਵੇ ਦੀ ਪਾਲਿਸੀ ਦੇ ਮੁਤਾਬਿਕ ਜਿਸ ਕਿਸਾਨ ਦੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਉਸਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਜਾਂ 5 ਲੱਖ ਰੁਪਏ ਦਿੱਤੇ ਜਾਣੇ ਸਨ, ਪਰ ਇਲਜ਼ਾਮ ਨੇ ਕਿ 10 ਗਜ਼ ਜ਼ਮੀਨ ਲਈ ਹੀ 400 ਮਾਲਿਕ ਦਿਖਾ ਦਿੱਤੇ ਗਏ ਅਤੇ ਕਰੀਬ 22.5 ਕਰੋੜ ਦੀ ਰਾਸ਼ੀ ਦੀ ਰਿਪੋਰਟ ਦਿੱਤੀ ਗਈ। ਰੇਲਵੇ ਨੂੰ ਇੰਨੀ ਵੱਡੀ ਰਕਮ ਜਾਰੀ ਕਰਨ ਮੌਕੇ ਸ਼ੱਕ ਹੋਇਆ ਤਾਂ ਉਹਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸ਼ਿਕਾਇਤ ਕੀਤੀ, ਜਿਸ ਦੇ ਬਾਅਦ ਜਾਂਚ ਕੀਤੀ ਗਈ ਤਾਂ 3 ਐਸਡੀਐਮ, 5 ਤਹਿਸੀਲਦਾਰ, 4 ਰਜਿਸਟਰੀ ਕਲਰਕਾਂ ਸਮੇਤ ਕੁੱਲ 20 ਮੁਲਾਜ਼ਮ ਬੇਨੀਮੀਆਂ ਕਰਨ ਦੇ ਮਾਮਲੇ ਦੇ ਵਿੱਚ ਸ਼ਾਮਲ ਪਾਏ ਗਏ ਨੇ। ਪਲਵਲ ਤੋਂ ਇਹ ਖਬਰ ਤੁਹਾਨੂੰ ਦਿਖਾ ਰਹੇ ਹਾਂ। मांग नंबर 3563 उपायुक्त मध्य पलवल के कार्यालय से पश्चिमी रेलवे फ्रंट कॉरिडोर की भूमि अधिग्रहण के मुआवजा में अनियमितता के करोड़ के संबंध में थाना से प्राप्त हुआ, जिसमें धारा 420 120 IPC के तहत अभियोग पंजीकरण किया गया है और ये अभियोग रेवेन्यू डिपार्टमेंट के पटवारी और अदर ऑफिसरों के खिलाफ आर्थिक इंक्वायरी डीसी साहब दर्ज किया गया है। पलवल तो एक खबर है जिथे ਜਿਹੜੇ ਮੁਲਾਜ਼ਮ ਨੇ ਉਹ ਬੇਨੀਮੀਆਂ ਕਰਦੇ ਪਾਏ ਗਏ ਨੇ। ਜਾਂਚ ਹੋਈ ਹੈ ਪੂਰੇ ਮਾਮਲੇ ਦੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਦੋਂ ਸ਼ਿਕਾਇਤ ਦਿੱਤੀ ਗਈ ਰੇਲਵੇ ਵਿਭਾਗ ਦੇ ਵੱਲੋਂ ਤਾਂ ਧੋਖਾਧੜੀ ਕਰਨ ਦੇ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਇਆ। ਕਰੀਬ 20 ਮੁਲਾਜ਼ਮਾਂ ਦੇ ਉੱਤੇ ਬੇਨੀਮੀਆਂ ਦੇ ਇਲਜ਼ਾਮ ਨੇ। ਜ਼ਮੀਨ ਐਕਵਾਇਰ ਹੋਣੀ ਸੀ। ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਜਿਹੜੀ ਕੁਝ ਗਜ਼ ਜਿਹੜੀ ਜ਼ਮੀਨ ਹੈ ਉਸਦੇ 400 ਮਾਲਿਕ ਦਿਖਾ ਦਿੱਤੇ ਗਏ ਤੇ 22.5 ਕਰੋੜ ਦੀ ਰਾਸ਼ੀ ਦੀ ਰਿਪੋਰਟ ਬਣਾ ਕੇ ਰੇਲਵੇ ਵਿਭਾਗ ਨੂੰ ਭੇਜ ਦਿੱਤੀ ਗਈ। ਜਦ ਵਿਭਾਗ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸ਼ਿਕਾਇਤ ਕੀਤੀ। ਪੂਰੇ ਮਾਮਲੇ ਦੇ ਵਿੱਚ 20 ਮੁਲਾਜ਼ਮਾਂ ਦੇ ਉੱਤੇ ਬੇਨਿਯਮੀਆਂ ਕਰਨ ਦੇ ਇਲਜ਼ਾਮ ਲੱਗੇ ਨੇ। ਤੇ ਖਬਰ ਲਾਲ ਕਿਲਾ ਹਿੰਸਾ ਮਾਮਲੇ ਨਾਲ ਜੁੜੀ ਹੋਈ। ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਦਿੱਲੀ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਸੈੱਲ ਨੇ ਗੁਰਜੋਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। 26 ਜਨਵਰੀ ਦੀ ਹਿੰਸਾ ਦੇ ਵਿੱਚ ਗੁਰਜੋਤ ਸਿੰਘ ਨੂੰ ਸ਼ਾਮਲ ਦੱਸਿਆ ਜਾ ਰਿਹਾ ਹੈ। ਗੁਰਜੋਤ ਸਿੰਘ ਦੀ ਹੁਣ ਗ੍ਰਿਫਤਾਰੀ ਹੋਈ ਹੈ। ਦਿੱਲੀ ਪੁਲਿਸ ਨੇ ਇਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ। 1 ਲੱਖ ਰੁਪਏ ਦਾ ਇਨਾਮ ਵੀ ਗੁਰਜੋਤ ਦੇ ਉੱਤੇ ਰੱਖਿਆ ਗਿਆ ਸੀ। ਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਤੇ। ਰੁਲਦੂ ਜੀ, ਇੱਕ ਗੁਰਜੋਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਨੌਜਵਾਨ ਨੂੰ ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦਿੱਲੀ ਹਿੰਸਾ ਮਾਮਲੇ ਦੇ ਵਿੱਚ 1 ਲੱਖ ਰੁਪਏ ਦਾ ਇਨਾਮ ਵੀ ਇਸ ਦੇ ਸਿਰ ਦੇ ਉੱਤੇ ਰੱਖਿਆ ਗਿਆ ਸੀ। ਅਸੀਂ ਉਸ ਗੱਲ ਦੀ ਨਿਖੇਧੀ ਕਰਦੇ ਹਾਂ ਜੇ ਕਿਸੇ ਨੌਜਵਾਨ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ। ਇਹ ਨਹੀਂ ਕਰਨਾ ਚਾਹੀਦਾ। ਅੰਦੋਲਨ ਸ਼ਾਂਤ ਚੱਲਦਾ ਹੈ। ਸਰਕਾਰ ਦੋਨੋਂ ਨੂੰ ਭੜਕਾਉਣਾ ਚਾਹੁੰਦੀ ਹੈਗੀ। ਨਹੀਂ ਗ੍ਰਿਫਤਾਰ ਕਰਨਾ ਚਾਹੀਦਾ। ਪਰਚੇ ਸਾਡੇ ਸਾਰਿਆਂ ਦੇ ਦਰਜ ਨੇ। ਉਹ ਨੌਜਵਾਨਾਂ ਨੂੰ ਫੜ ਜਾਵੇ, ਸਾਨੂੰ ਬੜੇ ਪਹਿਲਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰੇ, ਆਮ ਲੋਕਾਂ ਨੂੰ ਕਿਉਂ ਗ੍ਰਿਫਤਾਰ ਕਰਦੀ ਹੈ। ਰੁਲਦੂ ਜੀ, ਇਹ ਗੁਰਜੋਤ ਸਿੰਘ ਦੀ ਤਸਵੀਰ ਵੀ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਸੀ। ਦਿੱਲੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਲਾਲ ਕਿਲੇ ਦੇ ਵਿੱਚ ਜੋ ਕੁਝ ਉਸ ਦਿਨ ਵਾਪਰਿਆ 26 ਜਨਵਰੀ ਨੂੰ ਉਸ ਦੇ ਵਿੱਚ ਸ਼ਾਮਲ ਸੀ, ਸਾਜ਼ਿਸ਼ ਦਾ ਹਿੱਸਾ ਸੀ ਤੇ ਇਸ ਤੋਂ ਹੋਰ ਵੀ ਪੁੱਛਤਾਛ ਕੀਤੀ ਜਾਏਗੀ ਕੌਣ ਸ਼ਾਮਲ ਸਨ। ਉਹ ਤਾਂ ਕੰਨਾ ਤਾਂ ਨਹੀਂ ਜੀ। ਉਹ ਤਾਂ ਮੇਰਾ ਖਿਆਲ ਹੈ ਵੀ ਹਜ਼ਾਰਾਂ ਚ ਲੋਕ ਗਏ ਨੇ ਉੱਥੇ। ਜੇ ਆਪਾਂ ਇਹ ਗੱਲ ਕਰ ਲਈਏ, ਇਹ ਜਾਣ ਕੇ ਦੇਖ ਟਿੱਕੇ ਕੱਢਦੇ ਨੇ। ਅਸੀਂ ਨਿਖੇਧੀ ਕਰਦੇ ਹਾਂ ਇਸ ਗੱਲ ਦੀ ਤੇ ਸੰਯੁਕਤ ਮੋਰਚਾ ਦੀ ਪੈਰਵਾਈ ਕਰੂਗਾ, ਜ਼ਮਾਨਤ ਕਰਾਊਗਾ। ਜੀ ਸ਼ੁਕਰੀਆ ਰੁਲਦੂ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਜੁੜੇ, ਉਹਨਾਂ ਨੇ ਨਿਖੇਧੀ ਕੀਤੀ ਹੈ ਗ੍ਰਿਫਤਾਰੀ ਦੀ। ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਉੱਥੇ ਗਏ ਸਨ। ਅਗਰ ਗ੍ਰਿਫਤਾਰ ਕਰਨਾ ਹੈ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਇਹ ਵੀ ਕਿਹਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਇਸ ਨੌਜਵਾਨ ਦੀ ਪੈਰਵੀ ਕਰੇਗਾ, ਇਸ ਦੀ ਜ਼ਮਾਨਤ ਵੀ ਕਰਾਏਗਾ।
ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਨੇ। ਸਿਸਵਾ ਫਾਰਮ ਹਾਊਸ ਦੇ ਬਾਹਰ ਈਟੀਟੀ ਟੀਚਰ ਪਹੁੰਚ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਦੀ ਜਿਹੜਾ ਨਿਊ ਮੋਤੀ ਬਾਗ ਪੈਲੇਸ ਹੈ ਉਸ ਦੇ ਬਾਹਰ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ। ਹੁਣ ਸਿਸਵਾ ਫਾਰਮ ਹਾਊਸ ਦੇ ਉੱਤੇ ਇਹ ਅਧਿਆਪਕ ਪਹੁੰਚ ਗਏ ਨੇ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਨੌਕਰੀ ਦੀ ਮੰਗ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਬਾਅਦ ਹੁਣ ਸਿਸਵਾ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਟਿਆਲਾ ਦੇ ਨਿਊ ਮੋਤੀ ਬਾਗ ਪੈਲੇਸ ਦੇ ਬਾਹਰ ਕਈ ਦਿਨ लगातार इन्हां बेरोजगार अध्यापकों के वलों प्रदर्शन किया गया ते हुण उस तो बाद सिसवा फार्म हाउस के बाहर जिथे मुख्यमंत्री का निवास है उत्थे पहुंच गए ने। उत्थे इन्हां दे वलों प्रदर्शन शुरू कर दिता गया। पटियाला तो बाद हुण सिसवा दे विच प्रदर्शन किया जा रहा है। ਅੱਜ ਅਸੀਂ ਇੱਥੇ ਪਹੁੰਚੇ ਸਾਡਾ ਕੋਈ ਵੀ ਸਾਥੀ ਜਿਹੜਾ ਰੌਲਾ ਨਹੀਂ ਪਾਊਗਾ। ਸਾਡੀ ਸਟੇਟ ਕਮੇਟੀ ਪਟਿਆਲਾ ਤੋਂ ਬਾਅਦ ਹੁਣ ਸਿਸਵਾ ਬੇਰੁਜ਼ਗਾਰ ਅਧਿਆਪਕ ਪਹੁੰਚ ਗਏ ਨੇ। ਪਟਿਆਲਾ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਹਰ ਰੋਜ਼ ਤਕਰੀਬਨ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਹਰ ਰੋਜ਼ ਅਧਿਆਪਕਾਂ ਦੇ ਵੱਲੋਂ ਘਿਰਾਓ ਕੀਤਾ ਜਾਂਦਾ ਸੀ। ਹਰ ਰੋਜ਼ ਪੁਲਿਸ ਉਹਨਾਂ ਨੂੰ ਰੋਕਦੀ ਸੀ। ਕੁਝ ਅਧਿਆਪਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਦਰਸ਼ਨ ਨੇ ਉਹਨਾਂ ਨੇ ਐਲਾਨੇ ਹੋਏ ਸੀ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦਾ ਹਰ ਰੋਜ਼ ਘਿਰਾਓ ਕੀਤਾ ਜਾਵੇਗਾ। ਉਸ ਤੋਂ ਬਾਅਦ ਹੁਣ ਅੱਜ ਸਿਸਵਾ ਫਾਰਮ ਹਾਊਸ ਦੇ ਬਾਹਰ ਇਹ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹ ਪਹੁੰਚ ਗਏ ਨੇ। ਸਿਸਵਾ ਫਾਰਮ ਹਾਊਸ ਦੇ ਵਿੱਚ ਜਿੱਥੇ ਮੁੱਖ ਮੰਤਰੀ ਦੀ ਰਿਹਾਇਸ਼ ਹੈ ਕੈਪਟਨ ਅਮਰਿੰਦਰ ਸਿੰਘ ਦੀ, ਉੱਥੇ ਇਹ ਅਧਿਆਪਕ ਹੁਣ ਪਹੁੰਚ ਗਏ ਨੇ ਤੇ ਉੱਥੇ ਆ ਕੇ ਹੁਣ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਤੋਂ ਬਾਅਦ ਹੁਣ ਸਿਸਵਾ ਦੇ ਵਿੱਚ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਈਟੀਟੀ ਬੀਐਡ ਟੈਟ ਪਾਸ ਜਿਹੜੇ ਅਧਿਆਪਕ ਨੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਨੌਕਰੀ ਦੀ ਮੰਗ ਨੂੰ ਲੈ ਕੇ। ਉਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਪਟਿਆਲਾ ਦੇ ਵਿੱਚ ਘੇਰਨੀ ਸ਼ੁਰੂ ਕੀਤੀ। ਕਈ ਦਿਨ ਲਗਾਤਾਰ ਘਿਰਾਓ ਕੀਤਾ। ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਸੀ। ਅਸੀਂ ਤਸਵੀਰਾਂ ਵੀ ਦਿਖਾਉਂਦੇ ਰਹੇ ਹਾਂ ਜਿਸ ਦੇ ਵਿੱਚ ਕਈ ਅਧਿਆਪਕਾਂ ਨੂੰ ਹਰ ਰੋਜ਼ ਤਕਰੀਬਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਡਿਟੇਨ ਕੀਤਾ ਜਾਂਦਾ ਸੀ। ਹੁਣ ਉਸ ਤੋਂ ਬਾਅਦ ਉਹਨਾਂ ਨੇ ਸਿਸਵਾ ਦਾ ਰੁਖ ਕਰ ਲਿਆ। ਸਿਸਵਾ ਫਾਰਮ ਹਾਊਸ ਦੇ ਬਾਹਰ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੇ ਇਸੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਹੋਏ ਨੇ। ਮਨੋਜ, ਕੀ ਕੁਝ ਤਸਵੀਰਾਂ ਨੇ? ਪਟਿਆਲਾ ਦੇ ਵਿੱਚ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਹੁਣ ਸਿਸਵਾ ਫਾਰਮ ਹਾਊਸ ਦਾ ਰੁਖ ਅਧਿਆਪਕਾਂ ਨੇ ਕਰ ਲਿਆ। देखो अर्शी अज सिसवा जिहड़े सीएम दा फार्म हाउस है उत्थे खेतां ਦੇ ਅੰਦਰ ਵੜ ਕੇ ਜਿਹੜੇ ਈਟੀਟੀ ਟੀਚਰ ਹੈ ਉਹ ਜਿਹੜੇ ਬਿਲਕੁਲ ਗੇਟ ਦੇ ਸਾਹਮਣੇ ਜਿਹੜੇ ਆ ਚੁੱਕੇ ਨੇ। ਹਾਲਾਂਕਿ ਹੁਣ ਕਿਸੇ ਨੂੰ ਵੀ ਅੰਦਰ ਐਂਟਰੀ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਕਿਉਂਕਿ ਹੁਣ ਐਸਐਸਪੀ ਮੋਹਾਲੀ ਜਿਹੜੇ ਸਤਿੰਦਰ ਸਿੰਘ ਹੈ ਉਹ ਵੀ ਪਹੁੰਚ ਚੁੱਕੇ ਨੇ। ਲੇਕਿਨ ਹੁਣ ਮੀਡੀਆ ਨੂੰ ਕਿਸੇ ਨੂੰ ਵੀ ਬਾਹਰ ਤੋਂ ਐਂਟਰੀ ਜਿਹੜੀ ਹੈ ਅੰਦਰ ਜਾਣ ਦੀ ਉਹ ਸਾਫ਼ ਤੌਰ ਤੇ ਮਨਾਹੀ ਕਰ ਦਿੱਤੀ ਗਈ ਹੈ। ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਜਿਹੜੇ ਈਟੀਟੀ ਟੀਚਰ ਇੱਥੇ ਪਹੁੰਚੇ ਨੇ ਕਰੀਬ 100 ਤੋਂ ਵੱਧ ਜਿਹੜੇ ਟੀਚਰਸ ਪਹੁੰਚੇ ਨੇ ਉਹ ਬੈਕ ਸਾਈਡ ਜਿਹੜੇ ਖੇਤਾਂ ਵਿੱਚ ਵੜ ਕੇ ਉਹ ਇੱਥੇ ਤੱਕ ਪਹੁੰਚੇ ਨੇ। ਹਾਲਾਂਕਿ ਇੱਕ ਸਿਕਿਉਰਿਟੀ ਲੈਬਸ ਇੱਥੇ ਜ਼ਰੂਰ ਸਾਹਮਣੇ ਦਿਖਦਾ ਹੈ ਕਿ ਸਿਕਿਉਰਿਟੀ ਲੈਬਸ ਪਿੱਛੋਂ ਉਹ ਕਿਸ ਤਰ੍ਹਾਂ ਅੰਦਰ ਵੜ ਗਏ। ਹਾਲਾਂਕਿ ਸਾਹਮਣੇ ਜਿਹੜਾ ਮੇਨ ਗੇਟ ਹੈ ਇੱਥੇ ਪੂਰੇ ਪੁਲਿਸ ਜਿਹੜੀ ਫੋਰਸ ਲੱਗੀ ਹੁੰਦੀ ਹੈ। ਹੁਣ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਲੇਕਿਨ ਅੰਦਰ ਜਿਹੜੇ ਈਟੀਟੀ ਟੀਚਰ ਗੇਟ ਦੇ ਬਿਲਕੁਲ ਸਾਹਮਣੇ ਬਹਿ ਕੇ ਪ੍ਰਦਰਸ਼ਨ ਜਿਹੜੇ ਕਰਦੇ ਨਜ਼ਰ ਆ ਰਹੇ ਨੇ। ਸਾਡੇ ਕੋਲ ਫੁਟੇਜ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਐਸਐਸਪੀ ਮੋਹਾਲੀ ਉਹਨਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਇੱਥੋਂ ਉਠੋ ਨਹੀਂ ਤਾਂ ਤੁਹਾਡੇ ਖਿਲਾਫ ਪਰਚਾ ਹੋਏਗਾ। ਲੇਕਿਨ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਅਸੀਂ ਜਦ ਤੱਕ ਨਹੀਂ ਉਠਾਂਗੇ ਜਦ ਤੱਕ ਸਾਡੀ ਜਿਹੜੀ ਡਿਮਾਂਡਸ ਹੈ ਜਾਂ ਸਾਡੀ ਜਿਹੜੀ ਮੀਟਿੰਗ ਹੈ ਉਹ ਸੀਐਮ ਨਾਲ ਤੁਸੀਂ ਨਹੀਂ ਕਰਾਂਦੇ। ਤੇ ਹੁਣ ਪੂਰਾ ਜਿਹੜਾ ਹਾਲਾਂਕਿ ਹੁਣ ਪੁਲਿਸ ਦੇ ਹੱਥ ਪੈਰ ਫੁੱਲ ਗਏ ਕਿਉਂਕਿ ਅੰਦਰ ਪਿੱਛੋਂ ਵੜ ਕੇ ਖੇਤਾਂ 'ਚ ਵੜ ਕੇ ਉਸ ਜਿਹੜਾ ਫਾਰਮ ਹਾਊਸ ਹੈ ਕੈਪਟਨ ਦਾ ਸਿਸਵਾ ਦਾ ਉੱਥੇ ਪਹੁੰਚ ਚੁੱਕੇ ਨੇ। ਉਹਦੇ ਗੇਟ ਤੱਕ ਪਹੁੰਚ ਕੇ ਉੱਥੇ ਧਰਨਾ ਜਿਹੜਾ ਉਹ ਲਾ ਦਿੱਤਾ ਗਿਆ। ਲੇਕਿਨ ਹੁਣ ਪੂਰੀ ਬੈਰੀਕੇਟਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਤੇ ਖੁਦ ਪੁਲਿਸ ਵੱਡੇ ਅਫਸਰ ਹੁਣ ਇੱਥੇ ਪਹੁੰਚ ਰਹੇ ਨੇ। ਹੁਣ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਉਹ ਇੱਥੇ ਪਹੁੰਚ ਰਹੇ ਨੇ। ਐਸਐਸਪੀ ਖੁਦ ਐਸਐਸਪੀ ਆਈਜੀ ਐਸਐਚਓ ਡੀਐਸਪੀ ਸਾਰੇ ਪੁਲਿਸ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਇੱਕ ਵੱਡੀ ਲੈਪਸ ਜ਼ਰੂਰ ਹੈ ਕਿ ਅਚਾਨਕ ਪਿੱਛੋਂ ਖੇਤਾਂ 'ਚ ਹੋ ਕੇ ਸਾਰੇ ਜਿਹੜੇ ਈਟੀਟੀ ਟੀਚਰ ਪਟਿਆਲਾ ਤੋਂ ਇੱਥੇ ਪਹੁੰਚ ਚੁੱਕੇ ਨੇ। ਲੇਕਿਨ ਕਿਸੇ ਨੂੰ ਵੀ ਭਨਕ ਜਿਹੜੀ ਹੈ ਉਹ ਨਹੀਂ ਲਈ ਯਾਨੀ ਕਿ ਇੱਕ ਵੱਡਾ ਸਿਕਿਉਰਿਟੀ ਲੈਪਸ ਜ਼ਰੂਰ ਕਹਿ ਸਕਦੇ ਹਾਂ। ਲੇਕਿਨ ਅੰਦਰ ਦੀ ਜਿਹੜੀ ਸਾਡੇ ਕੋਲ ਫੁਟੇਜ ਆਈ ਹੈ ਬਿਲਕੁਲ ਮਨੋਜ ਇੱਕ ਕਿਸਮ ਦਾ ਸਿਕਿਉਰਿਟੀ ਲੈਪਸ ਪੁਲਿਸ ਜਿਹੜੀ ਹੈ ਉਹਨਾਂ ਨੂੰ ਲੈ ਕੇ ਜਾ ਰਹੀ ਹੈ। ਅੱਜ ਇੱਥੇ ਪੁਲਿਸ ਜਿਹੜੀ ਹੈ ਉਹਨਾਂ ਨੂੰ ਲੈ ਕੇ ਜਾ ਰਹੀ ਹੈ। ਅੱਜ ਇੱਥੇ ਪੁਲਿਸ ਉਹਨਾਂ ਨੂੰ ਲੈ ਕੇ ਜਾ ਰਹੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ। ਤੇ ਇਹਨਾਂ ਨੂੰ ਲੈ ਕੇ ਪੁਲਿਸ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ। ਪੁਲਿਸ ਨੇ ਇਹਨਾਂ ਨੂੰ ਡਿਟੇਨ ਜਿਹੜਾ ਉਹ ਕਰ ਲਿਆ ਤੇ ਹੁਣ ਹਾਲਾਂਕਿ ਐਸਐਸਪੀ ਵੱਲੋਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਨੂੰ ਡਿਟੇਨ ਕਰ ਲਿਆ ਜਾਏਗਾ ਜੇ ਇੱਥੋਂ ਨਹੀਂ ਉੱਠਦੇ ਕਿਉਂਕਿ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਅਰਸ਼ ਇਹ ਹੈ ਕਿ ਜਿਹੜੀ ਸਿਕਿਉਰਿਟੀ ਲੈਪਸ ਹੈ ਉਹ ਜ਼ਰੂਰ ਵਿਖੀ ਹੈ ਕਿ ਮੇਨ ਗੇਟ ਤੇ ਉਹ ਨਹੀਂ ਆਏ। ਮੇਨ ਗੇਟ 'ਚ ਹਮੇਸ਼ਾ ਪੁਲਿਸ ਫੋਰਸ ਹੁੰਦੀ ਹੈ। ਇਹ ਮੇਨ ਗੇਟ ਹੈ ਜਿੱਥੇ ਰੋਡ ਹੈ। ਲੇਕਿਨ ਪਿੱਛੋਂ ਯਾਨੀ ਖੇਤਾਂ ਦੇ ਵਿੱਚ ਵੜ ਕੇ ਜਿਹੜੇ ਈਟੀਟੀ ਟੀਚਰਸ ਨੇ ਜਿਹੜੇ ਅੰਦੋਲਨਕਾਰੀ ਨੇ ਜਿਹੜੇ 100 ਦਿਨ ਤੋਂ ਵੀ ਉੱਥੇ ਧਰਨਾ ਦਿੱਤਾ ਹੋਇਆ ਪਟਿਆਲਾ 'ਚ ਸੁਰਿੰਦਰ ਉੱਥੇ ਬੈਠਾ ਨੇ 100 ਦਿਨ ਹੋ ਚੁੱਕੇ ਨੇ। ਉਹਦੀ ਹਾਲਤ ਜਿਹੜੀ ਹੈ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ। ਲੇਕਿਨ ਉਹਦੇ ਜਿਹੜੇ ਸਾਥੀ ਹੈ ਉਹ ਇੱਥੇ ਪਹੁੰਚੇ ਸੀ ਬੈਕ ਸਾਈਡ ਤੋਂ।
ਹਾਲਾਂਕਿ ਸਟਾਰਟਿੰਗ ਦੀ ਆਪਾਂ ਗੱਲ ਕਰੀਏ, ਸਟਾਰਟਿੰਗ 'ਚ ਕਾਫੀ ਪੁਲਿਸ ਫੋਰਸ ਹੁੰਦੀ ਹੈ, ਲੇਕਿਨ ਬੈਕ ਸਾਈਡ ਤੋਂ ਸੀਐਮ ਦੇ ਫਾਰਮ ਹਾਊਸ ਦੇ ਗੇਟ ਤੱਕ ਪਹੁੰਚਣਾ ਇੱਕ ਬਹੁਤ ਵੱਡਾ ਸਿਕਿਉਰਿਟੀ ਲੈਪਸ ਅਸੀਂ ਕਹਿ ਸਕਦੇ ਹਾਂ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਹਾਲਾਂਕਿ ਹੁਣ ਕਿਸੇ ਨੂੰ ਵੀ ਇੱਥੋਂ ਅੰਦਰ ਜਾਣ ਦੀ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ, ਲੇਕਿਨ ਸਭ ਤੋਂ ਸਵਾਲ ਇਹਦੇ ਵਿੱਚ ਕਈ ਖੜੇ ਹੁੰਦੇ ਨੇ ਕਿ ਆਖਿਰ ਉਹ ਪਿੱਛੋਂ ਜਿਹੜੇ ਖੇਤਾਂ 'ਚ ਵੜ ਕੇ ਸੀਐਮ ਦੇ ਫਾਰਮ ਹਾਊਸ ਤੱਕ ਕਿੱਥੇ ਪਹੁੰਚ ਗਏ। ਇਹ ਇੱਕ ਬਹੁਤ ਵੱਡੀ ਗੱਲ ਹੈ। ਹਾਲਾਂਕਿ ਖੁਦ ਇੱਥੇ ਜਿਹੜੇ ਐਸਐਸਪੀ ਮੋਹਾਲੀ ਨੇ, ਹੋਰ ਜਿਹੜੇ ਬੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ, ਉਹਨਾਂ ਨੂੰ ਡਿਟੇਨ ਵੀ ਕਰਕੇ ਇੱਥੋਂ ਲਾਇਆ ਗਿਆ ਹੈ ਤੇ ਹੋਰ ਵੀ ਜਿਹੜੇ ਈਟੀ ਟੀਚਰ ਅੰਦਰ ਬੈਠੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਹੈ। ਲੇਕਿਨ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਹੈ ਕਿ ਸਿਕਿਉਰਿਟੀ ਲੈਪਸ ਕਿੱਥੇ ਹੋ ਗਿਆ। ਸਿਕਿਉਰਿਟੀ ਲੈਪਸ ਇੱਥੋਂ ਉਹ ਨਹੀਂ ਗਏ, ਉਹ ਪਿੱਛੋਂ ਬੈਕ ਸਾਈਡ ਤੋਂ ਜਿਹੜਾ ਖੇਤਾਂ 'ਚ ਵੜ ਕੇ ਉਹ ਇੱਥੇ ਪਹੁੰਚੇ ਨੇ, ਕਿਉਂਕਿ ਪਹਿਲਾਂ ਵੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਸਾਡੇ ਨਾਲ ਜਿਹੜੀ ਮੀਟਿੰਗ ਕਰਾਈ ਜਾਏ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ। 100 ਦਿਨ ਤੋਂ ਜਿਹੜਾ ਸੁਰਿੰਦਰ ਹੈ ਗੁਰਦਾਸਪੁਰ ਦਾ, ਉਹ BSNL ਦੇ ਟਾਵਰ 'ਚ ਬੈਠਾ ਹੋਇਆ। ਪਰਸੋਂ ਵੀ ਉਹਦੀ ਹਾਲਤ ਜਿਹੜੀ ਹੈ ਉਹ ਕਾਫੀ ਨਾਜ਼ੁਕ ਹੋ ਰਹੀ ਸੀ, ਉਹਨੂੰ ਹਸਪੀਟਲ 'ਚ ਐਡਮਿਟ ਕਰਾਉਣ ਦੀ ਗੱਲ ਕੀਤੀ ਗਈ ਸੀ। ਲੇਕਿਨ ਅੱਜ ਜਿਹੜੇ ਟੀਚਰ ਇੱਥੇ ਪਹੁੰਚੇ ਹੈ ਪਿੱਛੇ ਖੇਤਾਂ 'ਚ ਵੜ ਕੇ, ਇੱਕ ਬਹੁਤ ਵੱਡਾ ਸਵਾਲ ਇੱਥੇ ਹੈਗਾ। ਸਿਕਿਉਰਿਟੀ ਲੈਪਸ ਨੂੰ ਲੈ ਕੇ ਵੀ ਇੱਕ ਬਹੁਤ ਵੱਡਾ ਸਵਾਲ ਇੱਥੇ ਖੜਦਾ ਹੈ ਕਿ ਆਖਿਰ ਉਹ ਇੱਥੇ ਪਹੁੰਚ ਕਿਸ ਤਰ੍ਹਾਂ ਗਏ, ਕਿਉਂਕਿ ਸੀਐਮ ਦਾ ਫਾਰਮ ਹਾਊਸ ਹੈ ਇੱਥੇ ਪੂਰਾ ਸਿਸਵਾਂ ਤੇ। ਇਹ ਪੂਰਾ ਸਟਾਰਟਿੰਗ 'ਚ ਜਿਹੜਾ ਹੈਗਾ ਮੇਨ ਗੇਟ ਜਿਹੜਾ ਹੈ, ਇਹ ਮੇਨ ਗੇਟ ਹੈ ਜਿੱਥੇ ਪੁਲਿਸ ਸਿਕਿਉਰਿਟੀ ਆਲਵੇਜ਼ 24/7 ਜਿਹੜੀ ਹੈ ਉਹ ਪੁਲਿਸ ਇੱਥੇ ਰਹਿੰਦੀ ਹੈ। ਲੇਕਿਨ ਆਖਿਰ ਉਹ ਬੈਕ ਸਾਈਡ ਤੋਂ ਖੇਤਾਂ 'ਚ ਵੜ ਕੇ ਇੱਥੇ ਪਹੁੰਚ ਕਿਸ ਤਰ੍ਹਾਂ ਗਏ। ਸੀਐਮ ਦੇ ਬਿਲਕੁਲ ਗੇਟ ਦੇ ਮੂਹਰੇ ਜਿਹੜਾ ਮੇਨ ਗੇਟ ਹੈ। ਤਸਵੀਰਾਂ ਵੀ ਦੇਖਣਾ ਚਾਹਾਂਗੇ, ਕਿਉਂਕਿ ਅਕਸਰ ਜਿਹੜੇ ਵੀ ਪ੍ਰਦਰਸ਼ਨ ਹੁੰਦੇ ਨੇ ਉਹ ਪਹਿਲਾਂ ਹੀ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਅੱਜ ਜਿਹੜਾ ਹੈ ਉਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਏਗਾ। ਤੇ ਇਹ ਤਸਵੀਰਾਂ ਦੇਖ ਕੇ ਲੱਗ ਰਿਹਾ ਹੈ ਕਿ ਅਧਿਆਪਕ ਜਿਹੜੇ ਅਚਨਚੇਤ ਹੀ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਡਿਸਾਈਡ ਕੀਤਾ ਗਿਆ। ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ 100 ਦੇ ਕਰੀਬ ਜਿਹੜੇ ਅਧਿਆਪਕ ਨੇ ਉਹ ਪਹੁੰਚੇ। ਜ਼ਿਆਦਾਤਰ ਜਿਹੜਾ ਹੈ ਉਹਨਾਂ ਨੂੰ ਬਾਹਰ ਮੇਨ ਰੋਡ ਦੇ ਉੱਤੇ ਹੀ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਹੈ ਜਦੋਂ ਵੀ ਅਜਿਹਾ ਪ੍ਰਦਰਸ਼ਨ ਹੋਣਾ ਹੁੰਦਾ ਹੈ। ਤੇ ਜਿੱਥੇ ਤੁਸੀਂ ਖੜੇ ਹੋ ਇਸ ਵੇਲੇ, ਜਿਸ ਲੋਕੇਸ਼ਨ ਤੇ ਤੁਸੀਂ ਹੋ, ਉਸ ਮੇਨ ਰੋਡ ਤੋਂ ਕਾਫੀ ਦੂਰ ਹੈ ਤੇ ਇੱਥੇ ਹਮੇਸ਼ਾ ਹੀ ਬੈਰੀਕੇਡਿੰਗ ਹੁੰਦੀ ਹੈ, ਹਮੇਸ਼ਾ ਚੈਕਿੰਗ ਹੁੰਦੀ ਹੈ, ਜਾਂ ਮੁੱਖ ਮੰਤਰੀ ਦੀ ਰਿਹਾਇਸ਼ ਇਸ ਤੋਂ ਥੋੜਾ ਅੱਗੇ ਹੈ। ਲੇਕਿਨ ਇੱਕ ਕਿਸਮ ਦੇ ਨਾਲ ਕਿਹਾ ਜਾ ਸਕਦਾ ਸਿਕਿਉਰਿਟੀ ਲੈਪਸ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਹੋਇਆ ਹੈ। ਕਿ ਕੁਝ ਅਧਿਆਪਕਾਂ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ? ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਫਸਰਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਉਹਨਾਂ ਨੂੰ ਹਟਾਉਣ ਦੀ ਕਰ ਰਹੇ ਹਾਂ, ਲੇਕਿਨ ਸਵਾਲ ਇਹਦੇ ਵਿੱਚ ਕਈ ਨੇ। ਜਿੱਦਾਂ ਅਰਸ਼ੀ ਤੁਸੀਂ ਵੀ ਦੱਸਿਆ, ਹੁਣ ਹੋਰ ਲੈ ਕੇ ਆ ਰਹੇ ਆ, ਤੁਸੀਂ ਦੇਖ ਸਕਦੇ ਹੋ ਹੋਰ ਜਿਹੜੇ ਪ੍ਰਦਰਸ਼ਨਕਾਰੀ ਉਹਨਾਂ ਨੂੰ ਲੈ ਕੇ ਆ ਰਹੇ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ। ਇਹ ਪ੍ਰਦਰਸ਼ਨਕਾਰੀ ਜਿਹੜੇ ਹੈਗੇ ਇਹਨਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਇਹ ਜਿਹੜੇ ਪ੍ਰਦਰਸ਼ਨਕਾਰੀ ਹੈ ਇਹਨਾਂ ਨੂੰ ਵੀ ਇੱਥੋਂ ਲੈ ਕੇ ਜਾ ਰਹੇ ਨੇ। ਇੱਕ ਬਹੁਤ ਵੱਡਾ ਅਰਸ਼ੀ ਕਹਿ ਸਕਦੇ ਹਾਂ ਕਿ ਇੱਕ ਵੱਡਾ ਸਿਕਿਉਰਿਟੀ ਲੈਪਸ ਜ਼ਰੂਰ ਵੇਖਣ ਨੂੰ ਮਿਲਿਆ, ਜਿੱਥੇ ਹੁਣ ਪਿੱਛੋਂ ਵੜ ਕੇ ਜਿਹੜੇ ਪ੍ਰਦਰਸ਼ਨਕਾਰੀ ਕਰੀਬ 100 ਤੋਂ ਵੀ ਵੱਧ ਜਿਹੜੇ ਈਟੀ ਟੀਚਰ ਹੈ। ਤੁਸੀਂ ਇਹ ਗੱਲ ਕਹੀ ਕਿ ਜਿਹੜਾ ਪਹਿਲਾਂ ਤੋਂ ਪਲਾਨ ਹੁੰਦਾ ਹੈ ਕਿ ਸਾਰੇ ਦੱਸਦੇ ਆ ਕਿ ਅੱਜ ਇੱਥੇ ਪ੍ਰਦਰਸ਼ਨ ਕਰਨਾ, ਲੇਕਿਨ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਬੜੇ ਚੁੱਪਚਾਪ ਤਰੀਕੇ ਨਾਲ ਇਹਨਾਂ ਵੱਲੋਂ ਇੱਕ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਤੇ ਇੱਥੇ ਪਹੁੰਚ ਕੇ ਬੈਕ ਸਾਈਡ ਤੋਂ ਇੱਥੋਂ ਪਹੁੰਚ ਕੇ ਸਾਰਾ ਇਹਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਉਸ ਤੋਂ ਬਾਅਦ ਜਦ ਪੁਲਿਸ ਨੂੰ ਲੱਗਿਆ ਪਤਾ ਤੇ ਪੁਲਿਸ ਉੱਥੇ ਪਹੁੰਚੀ ਹੈ। ਜਿਹੜੇ ਅਫਸਰ ਨੇ ਐਸਐਸਪੀ ਖੁਦ ਇੱਥੇ ਮੌਕੇ ਤੇ ਨੇ ਅੰਦਰ। ਯਹਾਂ ਸੇ ਜੇ ਆਪਾਂ ਗੱਲ ਕਰੀਏ ਕਰੀਬ 10 ਤੋਂ 15 ਮਿੰਟ ਦਾ ਜਿਹੜਾ ਰਾਸਤਾ ਅੰਦਰ ਹੋਰ ਹੈਗਾ ਜਿੱਥੇ ਇਹ ਫਾਰਮ ਹਾਊਸ ਜਿਹੜਾ ਹੈਗਾ ਉਹ ਸਾਹਮਣੇ। ਲੇਕਿਨ ਇਹ ਕਿੱਥੋਂ ਬਣੇ, ਸਵਾਲ ਇਹਦੇ ਵਿੱਚ ਇਹ ਹੈ ਇਹ ਸਿਕਿਉਰਿਟੀ ਲੈਪਸ ਹੋਇਆ ਕਿਸ ਤਰ੍ਹਾਂ। ਇਹ ਸਿਕਿਉਰਿਟੀ ਲੈਪਸ ਕਿਉਂ ਹੋਇਆ? ਕਿਉਂਕਿ ਸਭ ਮੇਨ ਗੇਟ ਤੇ ਸਾਰੇ ਪੁਲਿਸ ਅਫਸਰ ਖੜੇ ਹੁੰਦੇ ਨੇ। ਮੇਨ ਗੇਟ ਤੇ ਸਾਰੇ ਪੁਲਿਸ ਅਫਸਰ ਦੀ ਡਿਊਟੀ ਇੱਥੇ ਹੁੰਦੀ ਹੈ ਤੇ ਬੈਕ ਸਾਈਡ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ, ਬੈਕ ਸਾਈਡ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਪੁਲਿਸ ਫੋਰਸ ਨਹੀਂ। ਇੱਕ ਬਹੁਤ ਵੱਡਾ ਸਵਾਲ ਇੱਥੇ ਖੜਦਾ ਹੈ ਕਿ ਆਖਿਰ ਉਹ ਗੇਟ ਦੇ ਮੂਹਰੇ ਪਹੁੰਚ ਕਿੱਦਾਂ ਗਏ। ਲੇਕਿਨ ਹਾਲਾਂਕਿ ਹੁਣ ਪੁਲਿਸ ਅਫਸਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰ ਰਹੇ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਦਾ ਜਵਾਬ ਨਹੀਂ ਦੇ ਰਹੇ। ਲੇਕਿਨ ਹੁਣ ਸਵਾਲ ਇਹਦੇ ਵਿੱਚ ਕਈ ਨੇ ਕਿ ਆਖਿਰ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹ ਕਿਉਂ ਆਈ। ਕਿਉਂਕਿ ਕਈ ਸਵਾਲ ਇਹਦੇ ਵਿੱਚ ਨੇ ਕਿ ਆਖਿਰ ਇਹ ਜਿਹੜੀ ਸਿਚੁਏਸ਼ਨ ਹੋਈ ਕਿੱਦਾਂ। ਅਰਸ਼ੀ ਦੇ ਵਿੱਚ ਕਈ ਸਵਾਲ ਹੁਣ ਖੜੇ ਹੁੰਦੇ ਨੇ ਕਿ ਆਖਿਰ ਹੁਣ ਸਿਚੁਏਸ਼ਨ ਇਹ ਪਹੁੰਚ ਕਿੱਦਾਂ ਗਏ। ਹਾਲਾਂਕਿ ਇਹਨਾਂ ਨੂੰ ਡਿਟੇਨ ਕਰਕੇ 2 ਗੱਡੀਆਂ 'ਚ ਇਹਨਾਂ ਨੂੰ ਡਿਟੇਨ ਕਰਕੇ ਲੈ ਜਾਇਆ ਗਿਆ ਹੈ। ਤੁਸੀਂ ਤਸਵੀਰਾਂ ਵੇਖੀ, ਐਕਸਕਲੂਸਿਵ ਤਸਵੀਰਾਂ ਤੁਸੀਂ ਨਿਊਜ਼ 18 ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹਨਾਂ ਨੂੰ ਇੱਥੋਂ ਚੱਕ ਕੇ ਹੁਣ ਪੁਲਿਸ ਸਟੇਸ਼ਨ ਜਿਹੜਾ ਉਹ ਲੈ ਕੇ ਜਾਇਆ ਗਿਆ। ਲੇਕਿਨ ਹੁਣ ਪੁਲਿਸ ਨੇ ਵੀ ਇਹ ਕਿਹਾ ਹੈ ਕਿ ਇਹ ਕਿਸ ਤਰ੍ਹਾਂ ਵੜ ਗਏ, ਇਹਨਾਂ ਦੇ ਖਿਲਾਫ ਪਰਚਾ ਜ਼ਰੂਰ ਹੋਏਗਾ ਕਿਉਂਕਿ ਅਚਾਨਕ ਇਹ ਖੇਤਾਂ 'ਚ ਵੜ ਕੇ ਮਨੋਜ ਤੁਸੀਂ ਬਣੇ ਰਹਿਣਾ ਇਸੇ ਖਬਰ ਦੇ ਉੱਤੇ। ਫਿਲਹਾਲ ਦੇ ਲਈ ਸ਼ੁਕਰੀਆ। ਸਿਸਵਾ ਫਾਰਮ ਹਾਊਸ ਦੇ ਬਾਹਰ ਅਧਿਆਪਕ ਜਿਹੜੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਜਿਹੜੇ ਅਧਿਆਪਕ ਨੇ ਉਹ ਪਹੁੰਚ ਗਏ। ਅਚਨਚੇਤ ਹੀ ਉਹਨਾਂ ਦੇ ਵੱਲੋਂ ਇਹ ਜਿਹੜੀ ਰਣਨੀਤੀ ਤਿਆਰ ਕੀਤੀ ਗਈ ਤੇ ਤਕਰੀਬਨ 100 ਦੇ ਕਰੀਬ, ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸਨ,
100 ਦੇ ਕਰੀਬ ਜਿਹੜੇ ਅਧਿਆਪਕ ਨੇ ਉਹ ਸਿਸਵਾ ਫਾਰਮ ਹਾਊਸ ਦੇ ਬਿਲਕੁਲ ਗੇਟ ਦੇ ਉੱਤੇ, ਫਾਰਮ ਹਾਊਸ ਦੇ ਗੇਟ ਦੇ ਉੱਤੇ ਅਕਸਰ ਜਿਹੜੇ ਪ੍ਰਦਰਸ਼ਨ ਹੁੰਦੇ ਨੇ ਉਹ ਮੇਨ ਰੋਡ ਦੇ ਉੱਤੇ ਦੇਖੇ ਜਾਂਦੇ ਨੇ। ਪਹਿਲਾਂ ਐਲਾਨ ਕੀਤੇ ਗਏ ਹੁੰਦੇ ਨੇ ਪ੍ਰਦਰਸ਼ਨ ਤੇ ਉੱਥੇ ਹੀ ਬਾਹਰ ਹੀ ਮੇਨ ਰੋਡ ਤੇ ਬੈਰੀਕੇਡਿੰਗ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ। ਲੇਕਿਨ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸਨ ਕਿ ਖੇਤਾਂ ਦੇ ਵਿੱਚੋਂ ਦੀ ਵੜ ਕੇ ਫਾਰਮ ਹਾਊਸ ਦੇ ਬਿਲਕੁਲ ਦਰਵਾਜ਼ੇ ਦੇ ਉੱਤੇ ਇਹ ਅਧਿਆਪਕ ਜਿਹੜੇ ਨੇ ਉਹ ਪ੍ਰਦਰਸ਼ਨ ਕਰਨ ਦੇ ਲਈ ਪਹੁੰਚ ਗਏ, ਜਿੱਥੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਜਿਹੜਾ ਹੈ ਉਹ ਪੁਲਿਸ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਨੂੰ ਇੱਥੋਂ ਗ੍ਰਿਫਤਾਰ ਕਰਕੇ ਲੈ ਗਏ ਨੇ। ਇੱਕ ਸਿਕਿਉਰਿਟੀ ਲੈਪਸ ਵੀ ਜ਼ਰੂਰ ਨਜ਼ਰ ਆਇਆ ਹੈ। ਸੀਐਮ ਦੀ ਜਿਹੜੀ ਸਿਕਿਉਰਿਟੀ ਹੈ ਉਹ ਜਿੱਥੇ ਕਿਤੇ ਬੈਰੀਕੇਡਿੰਗ ਹੁੰਦੀ ਹੈ ਉੱਥੋਂ ਦੀ ਬਜਾਏ ਕਿਸ ਤਰੀਕੇ ਦੇ ਨਾਲ ਅਧਿਆਪਕ ਪਹੁੰਚੇ, ਇਹ ਵੀ ਜ਼ਰੂਰ ਜਿਹੜੇ ਸਵਾਲ ਨੇ ਉਹ ਪੁਲਿਸ ਮੁਲਾਜ਼ਮਾਂ ਦੇ ਉੱਤੇ ਉੱਠ ਰਹੇ ਨੇ। ਲੇਕਿਨ ਦੂਸਰੇ ਪਾਸੇ ਜਿਹੜੇ ਅਧਿਆਪਕ ਨੇ ਪਟਿਆਲਾ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ। ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਉਹਨਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ ਕਿ ਹੁਣ ਉਹਨਾਂ ਨੇ ਨੌਕਰੀ ਦੀ ਮੰਗ ਨੂੰ ਲੈ ਕੇ ਸਿਸਵਾ ਫਾਰਮ ਹਾਊਸ ਦਾ ਰੁਖ ਕਰ ਲਿਆ। 2 ਦਿਨ ਹੋ ਗਏ ਨੇ ਸਾਡੀ ਕੋਈ ਵੀ ਮੌਤ ਜ਼ਿੰਦਗੀ ਦੀ ਉਹ ਲੜਾਈ ਲੜ ਰਿਹਾ ਹੈ। 2 ਦਿਨ ਹੋ ਗਏ ਨੇ ਸਾਡੀ ਕੋਈ ਵੀ ਉੱਥੋਂ ਦੇ ਪਟਿਆਲੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਜੀ, ਬਿਲਕੁਲ ਵੀ। ਅਖੀਰ ਨੂੰ ਸਾਨੂੰ ਇਹ ਰਸਤਾ ਜਿਹੜਾ ਅਪਣਾਉਣਾ ਪੈ ਗਿਆ। ਸਰ ਮੇਰੀ 1 ਮਿੰਟ ਸਰ ਰਿਕੁਐਸਟ ਬਣਾ ਲਿਆ, ਮੇਰੀ ਗੱਲ ਸੁਣੋ ਤੁਸੀਂ 1 ਮਿੰਟ ਸਰ। ਅੱਜ ਅਸੀਂ ਇੱਥੇ ਪਹੁੰਚੇ ਹਾਂ, ਸਾਡਾ ਕੋਈ ਵੀ ਸਾਥੀ ਜਿਹੜਾ ਰੌਲਾ ਨਹੀਂ ਪਾਊਗਾ। ਸਾਡੀ ਸਟੇਟ ਕਮੇਟੀ ਜਾਊਗੀ, ਮੀਟਿੰਗ ਕਰੂਗੀ ਇੱਥੇ। ਜਦੋਂ ਮੀਟਿੰਗ ਦੇ ਵਿੱਚ ਸਾਡਾ ਹੱਲ ਹੋ ਜਾਊਗਾ। ਨਹੀਂ ਗਲਤ ਗੱਲ ਆ। ਕੋਈ ਗੱਲ ਨਹੀਂ ਸਰ, ਫਿਰ ਕੋਈ ਨਹੀਂ ਪੁੱਤ, ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਮੈਂ ਵਾਰਨ ਕਰ ਰਿਹਾ, ਤੁਸੀਂ ਵੀਡੀਓ ਰਿਕਾਰਡ ਕਰ ਰਹੇ ਹੋ, ਇਹ ਗੈਰ ਕਾਨੂੰਨੀ ਆ। ਤੁਸੀਂ ਇੱਥੋਂ ਉੱਠੋ, ਉੱਥੇ ਬੈਠ ਕੇ ਤੁਹਾਡੀ ਗੱਲ ਵੀ ਸੁਣਾਂਗੇ। ਸਟੇਟ ਕੋਈ ਗੱਲ ਨਹੀਂ ਸਰ, ਸਾਰੇ ਮੂਵ ਕਰਾਂਗੇ। ਤੇ ਉਧਰ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਵੀ ਅੱਜ ਹੜਤਾਲ ਤੇ ਨੇ। 3 ਦਿਨਾਂ ਦੀ ਹੜਤਾਲ ਉਹਨਾਂ ਦੇ ਵੱਲੋਂ ਐਲਾਨੀ ਗਈ ਹੈ। ਰੈਗੂਲਰ ਕਰਨ ਅਤੇ ਬਰਾਬਰ ਤਨਖਾਹਾਂ ਦੀ ਮੰਗ ਕੀਤੀ ਜਾ ਰਹੀ ਹੈ। ਠੇਕੇਦਾਰੀ ਸਿਸਟਮ ਬੰਦ ਕਰਨ ਦੀ ਵੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ। ਬੱਸ ਅੱਡਿਆਂ ਦੇ ਉੱਤੇ ਰੋਡਵੇਜ਼ ਮੁਲਾਜ਼ਮ ਅੱਜ ਧਰਨੇ ਦੇ ਰਹੇ ਨੇ। ਵੱਖ-ਵੱਖ ਥਾਵਾਂ ਦੇ ਉੱਤੇ ਤਸਵੀਰਾਂ ਨਜ਼ਰ ਆਈਆਂ ਨੇ। ਪਟਿਆਲਾ ਦੇ ਵਿੱਚ ਮੁੱਖ ਬੱਸ ਸਟੈਂਡ ਦਾ ਗੇਟ ਬੰਦ ਕਰ ਦਿੱਤਾ ਗਿਆ ਸੀ। ਹੋਰ ਵੀ ਕਾਫੀ ਜਗ੍ਹਾਵਾਂ ਦੇ ਉੱਤੇ ਜਿਹੜੇ ਬੱਸ ਸਟੈਂਡ ਨੇ ਉਹਨਾਂ ਦੇ ਵਿੱਚੋਂ ਬੱਸਾਂ ਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਤੇ ਇਸ ਦੇ ਨਾਲ ਬੱਸ ਸੇਵਾ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਅੱਜ ਸੋਮਵਾਰ ਦਾ ਦਿਨ ਹੈ, ਵਰਕਿੰਗ ਡੇ ਹੁੰਦਾ ਹੈ। ਬਹੁਤ ਸਾਰੇ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹ ਵੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਇਸ ਦਿਨ ਤੇ ਉਸ ਨੂੰ ਲੈ ਕੇ ਜਿਹੜਾ ਹੈ ਬੱਸ ਸੇਵਾ ਪ੍ਰਭਾਵਿਤ ਹੋ ਰਹੀ ਹੈ। ਮੁਸ਼ਕਿਲ ਵੀ ਲੋਕਾਂ ਨੂੰ ਆ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪੀਆਰਟੀਸੀ ਦੇ ਵਿੱਚ ਪਨ ਬੱਸ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਕੱਚੇ ਮੁਲਾਜ਼ਮ ਨੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਇਹ ਮੰਗ ਚੁੱਕੀ ਜਾਂਦੀ ਰਹਿੰਦੀ ਹੈ ਕਿ ਉਹਨਾਂ ਨੂੰ ਨੌਕਰੀ ਦੇ ਉੱਤੇ ਪੱਕਾ ਕੀਤਾ ਜਾਵੇ, ਬਰਾਬਰ ਤਨਖਾਹਾਂ ਦਿੱਤੀਆਂ ਜਾਣ ਤੇ ਉਸ ਨੂੰ ਲੈ ਕੇ ਹੁਣ 3 ਦਿਨਾਂ ਦੀ ਹੜਤਾਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦਾ ਉਹਨਾਂ ਦੇ ਵੱਲੋਂ ਘਿਰਾਓ ਕੀਤਾ ਜਾਵੇਗਾ ਅਗਰ ਕੋਈ ਹੱਲ ਨਹੀਂ ਨਿਕਲਦਾ। ਪ੍ਰੋਟੈਸਟ ਹੈ, ਇਹ 3 ਦਿਨਾਂ ਦਾ ਸੀ, ਇੱਕ ਵਾਰੀ ਮਿੱਥਿਆ ਜੀ। ਅੱਜ ਸਾਡਾ ਪਹਿਲੇ ਦਿਨ ਦੇ ਵਿੱਚ ਹੈਗੀ ਹੈ ਹੜਤਾਲ, ਜਿਹੜੀ ਕਿ ਸਾਡੀ ਅੱਜ 100% ਰਹੀ ਹੈ ਤੇ ਅੱਜ ਅਸੀਂ ਆਪਦੀਆਂ ਮੰਗਾਂ ਨੂੰ ਮਨਵਾਉਣ ਵਾਸਤੇ 4 ਘੰਟਿਆਂ ਵਾਸਤੇ ਬੱਸ ਸਟੈਂਡ ਵੀ ਬੰਦ ਕੀਤਾ ਤੇ ਅਗਲਾ ਸੰਘਰਸ਼ ਕੀ ਹੋਊਗਾ ਜੋ ਮੰਗਾਂ ਨਹੀਂ ਮੰਨੀਆਂ ਜਾਂਦੀਆਂ? ਮੇਨ ਮੰਗਾਂ ਕੀ ਨੇ? ਮੇਨ ਮੰਗਾਂ ਸਾਡੀਆਂ ਇਹ ਜੀ, ਸਾਨੂੰ 10-10 15-15 ਸਾਲ ਹੋ ਗਏ ਸਾਡੇ ਬੰਦਿਆਂ ਨੂੰ ਕੰਮ ਕਰਦਿਆਂ ਨੂੰ, ਸਾਨੂੰ ਬਿਲਕੁਲ ਥੋੜੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ। ਅਸੀਂ ਕਿੰਨੀ ਵਾਰ ਸੰਘਰਸ਼ ਕੀਤਾ ਹੈ, ਧਰਨੇ ਮੁਜ਼ਾਹਰੇ ਲਾਏ ਆ, ਸਾਨੂੰ ਮੀਟਿੰਗਾਂ ਮਿਲਦੀਆਂ, ਮੀਟਿੰਗਾਂ ਦੇ ਵਿੱਚ ਸਿਰਫ ਲਾਰੇ ਮਿਲਦੇ ਆ ਜਾਂ ਮੀਟਿੰਗਾਂ ਦੇ ਭੱਜ ਜਾਂਦੀਆਂ ਮੰਤਰੀ। ਸਾਨੂੰ ਕੋਈ ਸਾਡੀ ਮੰਗ ਹਜੇ ਤੱਕ ਮੰਨੀ ਨਹੀਂ ਇਹਨਾਂ ਨੇ, ਨਾ ਸਾਨੂੰ ਰੈਗੂਲਰ ਕੀਤਾ, ਨਾ ਸਾਨੂੰ ਕੋਈ ਤਨਖਾਹਾਂ ਵਧਾਈਆਂ। ਜਿਹੜਾ ਮੰਗਾ ਸਰ, ਸਾਡੇ ਕੱਚੇ ਕਾਮਿਆਂ ਨੂੰ 14 15 ਸਾਲ ਹੋ ਗਏ ਨੇ ਜੀ ਆਊਟਸੋਰਸ ਤੇ ਕੰਮ ਕਰਦਿਆਂ ਨੂੰ, ਕੰਟਰੈਕਟ ਤੇ ਕੰਮ ਕਰਦਿਆਂ ਨੂੰ। ਪਿਛਲੇ ਸਮਿਆਂ ਦੌਰਾਨ ਸਰਕਾਰਾਂ ਵੱਲੋਂ ਇੱਕ ਪਾਲਿਸੀ ਵੀ ਬਣਾਈ ਗਈ ਸੀ, ਉਸ ਦੇ ਤਹਿਤ ਵੀ ਕੱਚੇ ਕਾਮੇ ਨਹੀਂ ਪੱਕੇ ਕੀਤੇ ਗਏ ਤੇ ਅੱਜ ਉਸ ਦੇ ਰੋਸ ਵਜੋਂ ਅਸੀਂ 2 ਮਹੀਨੇ ਪਹਿਲਾਂ ਇਸ ਹੜਤਾਲ ਦਾ ਐਲਾਨ ਕੀਤਾ ਸੀ। ਅੱਜ ਅਸੀਂ ਪੂਰੇ ਪੰਜਾਬ ਲੈਵਲ ਤੇ ਇਹ ਹੜਤਾਲ ਕੀਤੀ ਹੈ 3 ਦਿਨਾਂ ਦੀ, 28 29 ਤੇ 30 ਤਰੀਕ ਦੀ। ਕੱਲ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਏਗਾ ਤੇ 3 ਦਿਨ ਬੱਸਾਂ ਬੰਦ ਰਹਿਣਗੀਆਂ। ਸਾਡੀ ਕਾਫੀ ਲੰਬੇ ਸਮੇਂ ਤੋਂ ਸਰਕਾਰ ਨਾਲ ਗੱਲ ਚੱਲ ਰਹੀ ਆ ਤੇ ਕਾਫੀ ਲੰਬੇ ਸਮੇਂ ਤੋਂ 2007 ਤੋਂ 6 ਤੋਂ ਸਾਡੇ ਕੰਟੈਕਟ ਤੇ ਰੱਖੇ ਗਏ ਵਰਕਰ ਜਿਨ੍ਹਾਂ ਨੂੰ ਅਜੇ ਤੱਕ ਪੱਕਿਆ ਨਹੀਂ ਕੀਤਾ ਗਿਆ, ਉਹਨਾਂ ਦੇ ਤਨਖਾਹ ਵੀ ਕਾਫੀ ਘੱਟ ਹੋਣ ਕਾਰਨ ਹੁਣ ਸਾਨੂੰ ਬਾਰ-ਬਾਰ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਕਰਕੇ ਹੁਣ ਵੀ ਅਸੀਂ 3 ਦਿਨ ਦੀ ਸਟ੍ਰਾਈਕ ਦਾ ਸੰਘਰਸ਼ ਆਰੰਭਿਆ, ਜਿਹਦੇ ਵਿੱਚ ਅਸੀਂ ਅੱਡੇ ਬਿਲਕੁਲ ਬੰਦ ਕਰਾਂਗੇ, ਨਾਲ ਸਰਕਾਰ ਦੇ ਪੁਤਲੇ ਫੂਕਾਂਗੇ। ਸਵੇਰੇ 4 ਵਜੇ ਤੋਂ ਲੈ ਕੇ ਅਸੀਂ ਸਾਰੀ ਦਿਹਾੜੀ ਅੱਡੇ ਬੰਦ ਰੱਖਾਂਗੇ। ਮੁਸ਼ਕਲਾਂ ਨੇ ਉਹ ਝੱਲਣੀਆਂ ਪੈਣੀਆਂ ਨੇ ਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਇੱਥੋਂ ਸਿੱਧ ਹੋਣੀਆਂ ਵੀ ਇੱਕ ਤੇ ਬੱਸਾਂ ਹੈ ਨਹੀਂ ਸਰਕਾਰਾਂ ਕੋਲੇ, ਦੂਜਾ ਜਿਹੜੇ ਮੁਲਾਜ਼ਮ ਜਿੰਨੇ ਨੇ ਉਹ ਸਾਰੇ ਕੱਚੇ ਨੇ, ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ। ਬਾਰ-ਬਾਰ ਸਾਨੂੰ ਮੀਟਿੰਗਾਂ ਦਿੰਦੇ ਨੇ, ਮੀਟਿੰਗਾਂ 'ਚੋਂ ਭੱਜਦੇ ਨੇ ਮੰਤਰੀ, ਜਿਹਦੇ ਰੋਸ 'ਚ ਅਸੀਂ ਇਹ 3 ਦਿਨਾਂ ਦੀ ਹੜਤਾਲ ਰੱਖੀ ਆ।
ਤੇ ਪੰਜਾਬ ਦੇ ਵਿੱਚ ਸਰਕਾਰੀ ਡਾਕਟਰ ਵੀ 3 ਦਿਨਾਂ ਦੀ ਹੜਤਾਲ ਤੇ ਨੇ। 6ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਉਹਨਾਂ ਦੇ ਵਿੱਚ ਰੋਸ ਹੈ। ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਮੈਡੀਕਲ ਸਟਾਫ ਸੰਤੁਸ਼ਟ ਨਹੀਂ ਹੈ। ਉਹਨਾਂ ਦੇ ਭੱਤੇ ਘਟਾ ਦਿੱਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਹੜਤਾਲ ਕਾਰਨ ਮੈਡੀਕਲ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ। ਐਮਰਜੈਂਸੀ ਸਹੂਲਤਾਂ ਤੇ ਹਾਲਾਂਕਿ ਕੋਈ ਅਸਰ ਨਹੀਂ। ਕੋਵਿਡ-19 ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ, ਉਹਨਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਐਮਰਜੈਂਸੀ ਸੇਵਾਵਾਂ ਵੀ ਜਿਹੜੀਆਂ ਨੇ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ, ਲੇਕਿਨ ਜਿਹੜੀਆਂ ਰੋਜ਼ਾਨਾ ਦੀਆਂ ਸੇਵਾਵਾਂ ਨੇ ਉਹ ਜ਼ਰੂਰ ਇਸ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਨੇ। 3 ਦਿਨਾਂ ਦੇ ਲਈ ਇਹ ਹੜਤਾਲ ਹੈ ਜਿਹੜੀ ਉਹ ਉਹਨਾਂ ਦੇ ਵੱਲੋਂ ਅਨਾਉਂਸ ਕੀਤੀ ਗਈ ਸੀ। ਇੱਕ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ, ਜਿਸ ਦੇ ਬਾਅਦ ਡਾਕਟਰਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਇਸ ਪੂਰੇ ਮਸਲੇ ਦੇ ਉੱਤੇ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਰੋਸ ਹੈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਭੱਤੇ ਨੇ ਉਹ ਘਟਾ ਦਿੱਤੇ ਗਏ।